जे 18ਵੀਂ सदी ਦੇ ਵਿੱਚ ਅਸੀਂ ਇੱਕ ਲੰਬਾ ਸੰਘਰਸ਼ ਲੜਿਆ ਤਾਂ ਉਹਦੇ ਪਿੱਛੇ ਵੀ ਸਾਡੀਆਂ ਜ਼ਮੀਨਾਂ ਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਜ਼ਮੀਰਾਂ ਸੀ। ਅਗਲੀ ਗੱਲ ਆ ਜਾਂਦੀ ਹੈ ਕਿ ਜਦੋਂ ਦੀਪ ਨੂੰ ਇੱਕ ਸਵਾਲ ਕੀਤਾ ਗਿਆ, ਨਿਸ਼ਾਨਾ ਕੀ ਹੈ ਤੁਹਾਡਾ, ਤਾਂ ਜਵਾਬ ਸੀ ਪਾਤਸ਼ਾਹੀ ਦਾਵਾ। ਹੁਣ ਉਹ ਪਾਤਸ਼ਾਹੀ ਦਾਵਾ ਕਿੱਥੋਂ ਆ ਰਿਹਾ? ਜਦੋਂ ਅਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕਰਨੇ ਆ ਨਾ, ਤਾਂ ਪਹਿਲੀ ਗੱਲ ਤੇ ਗੁਰਦੇਵ ਪਾਤਸ਼ਾਹ ਤੋਂ ਪੁੱਛਣੀ ਪੈਣੀ ਹੈ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸੱਜਣ ਸੱਚਾ ਸਿਰ ਸ਼ਾਹਾਂ ਦੇ। ਸੋ ਗੁਰੂ ਨੂੰ ਪੁੱਛਣਾ ਪੈਣਾ ਕਿ ਪਾਤਸ਼ਾਹ ਤੂੰ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਤੇ ਪਾਤਸ਼ਾਹੀ ਦਾਅਵਾ ਸਿੱਖ ਦੇ ਵਰਤਾਰੇ 'ਚ ਕਿਵੇਂ ਆਵੇ? ਜਿੰਨਾ ਚਿਰ ਤੱਕ ਤੁਸੀਂ ਇਸ ਗੱਲ ਦਾ ਅਧਿਐਨ ਨਹੀਂ ਕਰੋਗੇ, ਉਹਨਾਂ ਚਿਰ ਤੱਕ ਹੋਂਦ ਦੀ ਜੰਗ ਪਾਤਸ਼ਾਹੀ ਦਾਅਵੇ ਨੂੰ ਮਨ ਦੇ ਵਿੱਚ ਰੱਖ ਕੇ ਲੜੀ ਕਿਵੇਂ ਜਾਂਦੀ ਹੈ ਤੇ ਹਲੇਮੀ ਰਾਜ ਦੀ ਗੱਲ ਕਿਵੇਂ ਪ੍ਰਗਟ ਹੁੰਦੀ ਹੈ, ਇਹਨੂੰ ਸਮਝਿਆ ਨਹੀਂ ਜਾ ਸਕਦਾ। ਕਿਉਂਕਿ ਦੁਨੀਆ ਦੇ ਉੱਪਰ ਬਾਦਸ਼ਾਹ ਥੋੜ੍ਹੇ ਹੋਏ ਨੇ, ਕਿਤੇ ਕਿੰਨੇ ਬਾਦਸ਼ਾਹ ਹੋਏ ਨੇ। ਦੁਨੀਆ ਦੇ ਵਿੱਚ ਪੀਰ ਫਕੀਰ ਦਰਵੇਸ਼ ਥੋੜ੍ਹੇ ਹੋਏ ਨੇ, ਕਿਤੇ ਬਹੁਤ ਹੋਏ ਨੇ, ਗਿਣਤੀ ਕੋਈ ਨਹੀਂ। ਹਰ ਧਰਮ ਦੇ ਵਿੱਚ ਬਾਦਸ਼ਾਹ ਵੀ ਹੋਏ ਨੇ, ਫਕੀਰ ਵੀ ਹੋਏ ਨੇ। ਪਰ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਸਾਹਮਣੇ ਰੱਖ ਕੇ ਨੰਦ ਲਾਲ ਕੀ ਕਹਿ ਰਿਹਾ ਹੈ, ਜਦੋਂ ਉਹਨੂੰ ਵੇਖਦੇ ਆ ਨਾ, ਜਦੋਂ ਉਹ ਕਹਿੰਦਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਫਿਰ ਗੱਲ ਆ ਜਾਂਦੀ ਹੈ ਕਿ ਇਹ ਇੰਪੀਰੀਅਲਿਜ਼ਮ ਤੇ ਸਪਿਰਿਚੁਅਲਿਟੀ ਇਹ ਕਿੱਥੇ ਇਕੱਠੀ ਹੋ ਰਹੀ ਹੈ। ਬੜੀ ਅਜੀਬ ਗੱਲ ਹੈ, ਦਰਵੇਸ਼ ਵੀ ਹੈ ਤੇ ਬਾਦਸ਼ਾਹ ਵੀ ਹੈ, ਗੁਰੂ ਬਾਦਸ਼ਾਹ ਵੀ ਹੈ ਤੇ ਦਰਵੇਸ਼ ਵੀ ਹੈ। ਇੰਜ ਤੇ ਕਦੀ ਹੋਇਆ ਹੀ ਨਹੀਂ ਕਿ ਕੋਈ ਬਾਦਸ਼ਾਹ ਵੀ ਹੋਵੇ ਤੇ ਦਰਵੇਸ਼ ਵੀ ਹੋਵੇ। ਹੁਣ ਇਹ ਜਿਹੜੀ ਬਾਦਸ਼ਾਹਤ ਦੇ ਵਿੱਚ ਦਰਵੇਸ਼ਗੀ ਹੈ, ਇਹ ਆ ਕਿੱਥੋਂ ਰਹੀ ਹੈ? ਇਸ ਗੁਰੂ ਬਾਬੇ ਚੋਂ। ਜਦੋਂ ਗੁਰੂ ਨਾਨਕ ਸਾਹਿਬਾਨ ਨੂੰ ਭੱਟ ਸਾਹਿਬਾਨ ਕਹਿੰਦੇ ਨੇ ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨਮਾਨਿਓ, ਰਾਜ ਤੇ ਜੋਗ। ਤੇ ਰਾਜ ਤੇ ਜੋਗ ਦਾ ਪ੍ਰਤੱਖ ਵਰਤਾਰਾ ਕੀ ਹੈ? ਆ ਤੁਸੀਂ ਬੈਠੇ ਹੋ, ਹੋਰਨਾਂ ਧਰਮਾਂ ਦੇ ਆਪਣੇ ਆਪਣੇ ਗ੍ਰੰਥ ਨੇ, ਮੁਕੱਦਸ ਕੁਰਾਨ ਸ਼ਰੀਫ ਹੈ, ਬਾਈਬਲ ਹੈ, ਤੁਰੇਤ ਹੈ, ਬਹੁਤ ਸਾਰੇ ਧਰਮ, ਬਹੁਤ ਸਾਰੇ ਛੋਟੇ ਛੋਟੇ ਕਬਾਇਲੇ, ਸਾਰਿਆਂ ਦੇ ਆਪੋ ਆਪਣੇ ਧਰਮ ਨੇ। ਪਰ ਆਹ ਵਰਤਾਰਾ ਤੁਸੀਂ ਕਿਤੇ ਵੇਖਿਆ ਕਿ ਰੂਹਾਨੀਅਤ ਦਾ ਗੁਰੂ ਹੋਵੇ? ਗੁਰੂ ਰੂਹਾਨੀਅਤ ਦਾ ਨਾ, ਗੁਰੂ ਆਤਮਿਕ ਹੈ ਨਾ, ਗੁਰੂ ਸ਼ਬਦ ਹੈ। ਪਰ ਸ਼ਬਦ ਗੁਰੂ ਦਾ ਪ੍ਰਤੱਖ ਝਲਕਾਰਾ ਕੀ ਹੈ? ਵੱਡਾ ਤੇਰਾ ਦਰਬਾਰ, ਸੱਚਾ ਤੁਧ ਸਿਰ ਸ਼ਾਹ, ਪਾਤਸ਼ਾਹ ਨਿਹਚਲ ਚਵਰ ਛੱਤ। ਆ ਦਰਬਾਰ ਲਗਾ ਕੇ ਬਹਿਣਾ, ਤਖਤ ਹੋਣਾ, ਉੱਪਰ ਚੰਦੋਆ ਹੋਣਾ, ਚੌਰ ਹੋ ਰਿਹਾ ਹੋਣਾ, ਇਹ ਤਾਂ ਸਾਰੀਆਂ ਬਾਦਸ਼ਾਹ ਦੀਆਂ ਨਿਸ਼ਾਨੀਆਂ ਨੇ। ਇਹ ਤਾਂ ਸਾਰੀ ਬਾਦਸ਼ਾਹਤ ਹੈ। ਸਪਿਰਿਚੁਅਲਿਟੀ, ਆਤਮਿਕ ਆਨੰਦ, ਰੂਹਾਨੀਅਤ ਤਾਂ ਸ਼ਬਦ ਦੇ ਵਿੱਚ ਹੈ, ਪਰ ਜੋ ਤੁਹਾਨੂੰ ਦਿਸ ਰਿਹਾ ਹੈ ਇਹ ਤਾਂ ਸਾਰੀ ਬਾਦਸ਼ਾਹਤ ਹੈ। ਇਹ ਤਾਂ ਮਤਲਬ ਸਾਡਾ ਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤੇ ਜਿਸ ਕੌਮ ਦਾ ਗੁਰੂ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹਦੇ ਵਿੱਚ ਪਾਤਸ਼ਾਹੀ ਦਾਵਾ ਕਿਉਂ ਨਹੀਂ ਹੋਵੇਗਾ? ਉਹਦੇ ਵਿੱਚ ਪਾਤਸ਼ਾਹੀ ਦਾਵਾ ਹੋਵੇਗਾ। ਕਿਉਂ? ਮੇਰੇ ਗੁਰੂ ਨੇ ਕਿਹਾ ਪਰ ਅਧੀਤ ਸੁਪਨੇ ਸੁਖ ਨਹੀਂ। ਮੇਰੇ ਗੁਰੂ ਨੇ ਕਿਹਾ ਸਭ ਸਖਾਲੀ ਮੁੱਠੀਆਂ ਇਹ ਹੁਆ ਹਲੇ ਵੀ ਰਾਜ ਜੀਓ। ਸੋ ਜਦੋਂ ਪਾਤਸ਼ਾਹੀ ਦਾਅਵੇ ਦੀ ਗੱਲ ਆਉਂਦੀ ਹੈ ਤੇ 18ਵੀਂ ਸਦੀ ਦੇ ਵਰਤਾਰਿਆਂ ਦੇ ਵਿੱਚੋਂ ਤੁਹਾਨੂੰ ਇਸ ਨੂੰ ਸਮਝਣਾ ਪੈਣਾ। ਨਾਦਰ ਸ਼ਾਹ ਨੇ ਹਮਲਾ ਕੀਤਾ, ਵਕਤ ਤਾਂ ਮੈਨੂੰ ਦੱਸ ਦਿਓ ਜੀ, ਇਹ ਨਾ ਹੋਵੇ ਕਈ ਵਾਰੀ ਸੁਣ ਰਹੇ ਸਰੋਤੇ ਜਿਹੜੇ ਹੁੰਦੇ ਨੇ ਉਹ ਬੋਰ ਹੋ ਜਾਂਦੇ ਤੇ ਬੁਲਾਰਾ ਆਪਣੇ ਲੋਰ 'ਚ ਬੋਲੀ ਜਾਂਦਾ ਹੈ। ਜਦੋਂ ਸਮਾਪਤ ਕਰਨਾ ਹੋਇਆ ਮੈਨੂੰ ਦੱਸ ਦਿਓ ਤੁਸੀਂ। ਨਾਦਰ ਸ਼ਾਹ ਹਮਲਾ ਕਰਦਾ ਹਿੰਦੁਸਤਾਨ ਦੇ ਉੱਪਰ, ਤੇ ਨਾਦਰ ਸ਼ਾਹ ਦਾ ਸਿੱਖ ਜਗ੍ਹਾ ਜਗ੍ਹਾ ਦੇ ਉੱਪਰ ਜਿੱਥੇ ਵੀ ਸਿੱਖਾਂ ਦਾ ਦਾਅ ਲੱਗਦਾ ਹੈ, ਦਿੱਲੀ ਤੋਂ ਲੈ ਕੇ ਰੋਹਤਾਸ ਤੱਕ ਉਸ ਦਾ ਰਾਹ ਰੋਕਦੇ ਨੇ, ਉਸ ਨੂੰ ਲੁੱਟਦੇ ਵੀ ਨੇ। ਅਖੀਰ ਨਾਦਰ ਸ਼ਾਹ ਲਾਹੌਰ ਦੇ ਗਵਰਨਰ ਦੇ ਨਾਲ ਇੱਕ ਵਾਰਤਾਲਾਪ ਕਰਦਾ ਹੈ। ਕਹਿੰਦਾ ਇਹ ਕੌਣ ਨੇ ਜਿਨ੍ਹਾਂ ਨੇ ਲੁੱਟਿਆ? ਉਹ ਕਹਿੰਦਾ ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ ਦੇ ਵਿੱਚ। ਕਹਿੰਦਾ ਘਰ ਕਿੱਥੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ। ਕਹਿੰਦਾ ਪਾਉਂਦੇ ਕੀ ਹੈ? ਕਹਿੰਦਾ ਇੱਕ ਭੂਰਾ ਹੁੰਦਾ, ਕਈ ਵਾਰੀ ਨੰਗੇ ਪਿੰਡੇ ਹੁੰਦੇ ਨੇ। ਕਹਿੰਦਾ ਖਾਂਦੇ ਕੀ ਹੈ? ਕਹਿੰਦਾ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ। ਕਹਿੰਦਾ ਖਵਾਉਂਦਾ ਕੌਣ ਹੈ? ਕਹਿੰਦਾ ਇਹ ਤਾਂ ਨਹੀਂ ਪਤਾ, ਦੋ ਜਵਾਬ ਨਹੀਂ ਮੈਂ ਦੇ ਸਕਦਾ। ਖਾਂਦੇ ਕਿਵੇਂ ਹੈ, ਖਵਾਉਂਦਾ ਕੌਣ ਹੈ, ਪਰ ਮੈਂ ਇੱਕ ਗੱਲ ਦੱਸਦਾ ਵੀ ਖਾਣ ਦਾ ਢੰਗ ਕੀ ਹੈ। ਉਹ ਕਹਿੰਦਾ ਉਹ ਕੀ ਹੈ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਤੇ ਫਿਰ ਕਹਿੰਦੇ ਨੇ ਭੂਖਾ ਦੇਤ ਆਵਾਜ਼ਾਂ ਕੋਈ ਆਵੋ ਦੇਗ ਤਿਆਰ ਗੁਰ ਹੋਈ।
ਫਿਰ ਨਗਾਰਾ ਵਜਾ ਕੇ ਕਹਿੰਦੇ ਨੇ ਵੀ ਸਾਡਾ ਲੰਗਰ ਤਿਆਰ ਜੇ ਕੋਈ ਦੁਸ਼ਮਣ ਵੀ ਸਾਡੇ ਨਗਾਰੇ ਦੀ ਆਵਾਜ਼ ਸੁਣਦੇ ਆ ਤੇ ਆ ਕੇ ਲੰਗਰ ਛਕ ਲਵੇ। ਬੜੀ ਅਜੀਬ ਗੱਲ ਹੈ। ਕਹਿੰਦਾ ਜੇ ਦੁਸ਼ਮਣ ਆ ਜਾਵੇ ਲੰਗਰ ਛਕਣਾ, ਕਹਿੰਦਾ ਆ ਜਾਵੇ ਹੱਥ ਨਹੀਂ ਚੁੱਕਦੇ ਉੱਤੇ। ਕਹਿੰਦਾ ਜੇ ਦੁਸ਼ਮਣ ਸਾਰਾ ਹੀ ਖਾ ਜਾਵੇ ਇਹਨਾਂ ਜੋਗਾ ਬਚੇ ਨਾ, ਕਹਿੰਦਾ ਤਾਂ ਵੀ ਮਨ ਦੇ ਵਿੱਚ ਰੰਜ ਨਹੀਂ ਕਰਦੇ। ਕਹਿੰਦਾ ਦੁਸ਼ਮਣ ਨੂੰ ਛਕਾ ਕੇ ਆਪ ਭੁੱਖੇ ਪੇਟ ਗੁਰੂ ਦੇ ਅੱਗੇ ਅਰਦਾਸ ਕਹਿੰਦੇ ਨੇ, ਬੱਚੇ ਤੋਂ ਦਾਨਾ ਆਪ ਖਲੇ ਹੈ ਨਹੀਂ ਤੋਂ ਲੰਗਰ ਮਸਤ ਬਤੇ ਹੈ। ਪਾਤਸ਼ਾਹ ਲੰਗਰ ਮਸਤਾਨਾ ਹੋ ਗਿਆ, ਸਾਨੂੰ ਭੁੱਖ ਦਾ ਹੀ ਬਹਾਨਾ ਮੰਨਣਾ ਪੈਣਾ। ਫਿਰ ਉਹਨੇ ਪਤਾ ਕੀ ਕਿਹਾ, ਕਹਿੰਦਾ ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ ਹੈ। ਇਹ ਤੁਹਾਡਾ ਪਾਤਸ਼ਾਹੀ ਦਾ ਵਾ। ਕਹਿੰਦਾ ਜੇ ਸਿੱਖਾਂ ਦੇ ਵਿੱਚ ਇੰਨੇ ਗੁਣ ਨੇ ਤੇ ਇਹਨਾਂ ਦੇ ਵਿੱਚੋਂ, ਇਹ ਨਾਦਰ ਸ਼ਾਹ ਕਹਿ ਰਿਹਾ, ਫਿਰ ਇਹਨਾਂ ਦੇ ਵਿੱਚੋਂ ਬਾਦਸ਼ਾਹ ਦਾ ਦਾਵਾ ਖਤਮ ਨਹੀਂ ਕੀਤਾ ਜਾ ਸਕਦਾ। ਅਜ਼ੀਮ ਕੌਮ, ਕਹਿੰਦਾ ਫਿਰ ਤੇ ਹਮੇਸ਼ਾ ਇਹਨਾਂ ਦੇ ਜਿਸਮ ਦੇ ਵਿੱਚੋਂ ਨਾ ਬਾਦਸ਼ਾਹੀ ਦਾਅਵੇ ਦੀ ਬੋ ਆਵੇਗੀ। ਅਜ਼ੀਮ ਕੌਮ ਬੂ ਬਾਦਸ਼ਾਹੀਏ ਆਮਦ, ਫਿਰ ਤਾਂ ਹਮੇਸ਼ਾ ਹੀ ਆਵੇਗੀ। ਉਹਨੇ ਜ਼ਕਰੀਆ ਖਾਨ ਨੂੰ ਕਿਹਾ ਇਹ ਨਹੀਂ ਉਹ ਹਰਾਏ ਜਾਣੇ, ਇਹ ਨਹੀਂ ਉਹ ਖਤਮ ਹੋਣੇ, ਕਿਸੇ ਤਰ੍ਹਾਂ ਪਿਆਰ ਦੇ ਨਾਲ ਵੱਸ 'ਚ ਕਰ ਲਾ। ਤੇ ਜ਼ਕਰੀਆ ਖਾਨ ਨੇ ਜੰਬਰ ਪਿੰਡ ਦੇ ਰਾਏ ਭਾਗੂ, ਜਿਹੜੇ ਤੀਸਰੇ ਪਾਤਸ਼ਾਹ ਦੇ ਸਮੇਂ ਸਿੱਖੀ 'ਚ ਆਏ ਸੀ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਸ਼ਬੇਗ ਸਿੰਘ ਨੂੰ ਨਵਾਬੀ ਦੀ ਖਿੱਲਤ ਦੇ ਕੇ ਭੇਜ ਦਿੱਤਾ ਖਾਲਸੇ ਦੇ ਕੋਲ। ਹੁਣ ਇੱਥੇ ਅਸੀਂ ਪਾਤਸ਼ਾਹੀ ਦਾਵਾ ਸਮਝਣਾ। ਜੇਕਰ ਤੁਸੀਂ ਇਸ ਵਰਤਾਰੇ ਨੂੰ ਸਮਝ ਜਾਓਗੇ ਨਾ, ਤੇ ਮੈਂ ਸਮਝੂੰਗਾ ਕਿ ਜਿਹੜੇ ਪਾਤਸ਼ਾਹੀ ਦਾਅਵੇ ਦੀ ਗੱਲ ਦੀਪ ਕਰਦਾ ਸੀ ਅੱਜ ਅਸੀਂ ਸਮਝ ਗਏ। ਕਿਉਂਕਿ ਗੱਲ ਸਭ ਤੋਂ ਪਹਿਲਾਂ ਇੱਥੇ ਆਉਂਦੀ ਪਾਤਸ਼ਾਹੀ ਦਾਵਾ। ਉਹ ਕਹਿੰਦਾ ਕਿ ਇਹਨਾਂ ਨੂੰ ਪੇਸ਼ਕਸ਼ ਕਰੋ, ਦਿਪਾਲਪੁਰ, ਝਬਾਲ ਤੇ ਕੰਗਨਵਾਲ, 3 ਪਿੰਡਾਂ ਦੀ ਜ਼ਗੀਰ, 1 ਲੱਖ ਰੁਪਈਆ ਨਗਦ, 1 ਕਲਗੀ ਤੇ ਜ਼ਿਗਾ, 1 ਮੋਤੀਆਂ ਦੀ ਮਾਲਾ, ਸੋਨੇ ਦੇ ਕੰਗਣਾਂ ਦੀ ਜੋੜੀ ਤੇ 1 ਕਿਰਪਾਨ ਲੈ ਕੇ ਸਰਦਾਰ ਸ਼ਬੇਗ ਸਿੰਘ ਖਾਲਸੇ ਦੇ ਕੋਲ ਆਉਂਦੇ ਨੇ। ਖਾਲਸੇ ਦੇ ਉਸ ਵੇਲੇ ਜਥੇਦਾਰ ਨੇ ਸਰਦਾਰ ਦਰਬਾਰਾ ਸਿੰਘ। 1733 ਦੀ ਘਟਨਾ ਅਪ੍ਰੈਲ ਦੀ। ਕੇਵਲ ਤੇ ਕੇਵਲ 1716 ਤੋਂ ਬਾਅਦ 1733, ਤੁਸੀਂ ਆਪ ਵੇਖ ਲਓ, 17 ਸਾਲ ਦਾ ਸਮਾਂ। ਕਿੱਥੇ ਸਿਰਾਂ ਦੇ ਮੁੱਲ ਪੈ ਰਹੇ ਸੀ, ਕਿੱਥੇ ਨਵਾਬੀ ਆ ਰਹੀ ਹੈ। ਕਿੱਥੇ ਸਿਰਾਂ ਦੇ ਮੁੱਲ, ਕਿੱਥੇ ਨਵਾਬੀ, ਫਰਕ ਕਿੰਨਾ ਹੈ। ਸਰਦਾਰ ਸ਼ਬੇਗ ਸਿੰਘ ਜਦੋਂ ਇਹ ਸਭ ਕੁਝ ਲੈ ਕੇ ਆਏ, ਉਹੀ ਸ਼ਬੇਗ ਸਿੰਘ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਦੇ ਨਾਲ ਚੱਖੜੀ ਤੇ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹ ਸਰਕਾਰੀ ਵਕੀਲ ਸਨ, ਠੇਕੇਦਾਰ ਵੀ ਸਨ, ਬਹੁਤ ਜ਼ਿਆਦਾ ਉਸ ਸਮੇਂ ਦੇ ਆਲਮ ਫਾਜ਼ਮ ਤੇ ਪੜ੍ਹੇ ਲਿਖੇ ਵਿਦਵਾਨ ਵੀ ਸਨ। ਜੰਬਰ ਪਿੰਡ ਦਾ ਰਹਿਣ ਵਾਲਾ ਇੱਕ ਪਰਿਵਾਰ ਸੀ ਲਾਹੌਰ ਦੇ ਕੋਲ। ਜਦੋਂ ਨਵਾਬੀ ਲੈ ਕੇ ਆਏ ਤਾਂ ਕੁਦਰਤਨ ਉੱਥੇ 3 ਚੀਜ਼ਾਂ ਧਿਆਨ 'ਚ ਰੱਖਿਓ ਇਸ ਦਰਬਾਰ ਦੇ ਵਿੱਚ, ਇਹਨੂੰ ਸਮਝਣ ਦਾ ਯਤਨ ਕਰਿਓ। ਪਾਤਸ਼ਾਹੀ ਦਾਵਾ ਕੀ ਹੁੰਦਾ ਹੈ? ਉਹ ਬਹੁਤ ਉੱਚਾ ਹੁੰਦਾ ਹੈ, ਬਹੁਤ ਉੱਚਾ, ਕਿਉਂਕਿ ਉਹ ਤੁਹਾਡੇ ਰੂਹਾਨੀਅਤ ਦੇ ਫਲਸਫੇ 'ਚੋਂ ਆ ਰਿਹਾ ਹੁੰਦਾ। ਉਹ ਦੁਨਿਆਵੀ ਤੌਰ 'ਤੇ ਨਹੀਂ ਹੁੰਦਾ, ਉਹ ਤੁਹਾਡੇ ਰੂਹਾਨੀਅਤ ਦੇ ਫਲਸਫੇ 'ਚੋਂ ਆ ਰਿਹਾ ਹੁੰਦਾ। ਉਹਨੂੰ ਅਸੀਂ ਅਬਚਲ ਨਗਰ ਕਹਿ ਲਈਏ, ਉਸ ਨੂੰ ਬੇਗਮਪੁਰਾ ਕਹਿ ਲਈਏ, ਉਸ ਨੂੰ ਹਲੇਮੀ ਰਾਜ ਕਹਿ ਲਈਏ, ਉਸ ਨੂੰ ਰਾਜ ਕਰੇਗਾ ਖਾਲਸਾ ਕਹਿ ਲਈਏ, ਪਰ ਉਹ ਕਿੱਥੋਂ ਆ ਰਿਹਾ ਹੁੰਦਾ ਹੈ, ਤੁਸੀਂ ਇਸ ਗੱਲ ਨੂੰ ਸਮਝਣਾ ਹੈ। ਹੁਣ ਉੱਥੇ ਗੁਰੂ ਦਾ ਦਰਬਾਰ ਲੱਗਾ ਹੋਇਆ, ਦਰਬਾਰ ਦੇ ਵਿੱਚ ਸੰਗਤ, ਸੰਗਤ ਦੇ ਵਿੱਚ ਗੁਰੂ, ਤੇ ਗੁਰੂ ਦੀ ਤਾਬਿਆ, ਗ੍ਰੰਥ ਦੀ ਤਾਬਿਆ ਜਿਹੜਾ ਪੰਥ ਹੈ, ਉਹਦੀ ਨੁਮਾਇੰਦਗੀ ਕਰਨ ਦੇ ਵਾਸਤੇ 1 ਤੇ 5 ਪਿਆਰੇ ਤੇ 1 ਕੌਮ ਦਾ ਜਥੇਦਾਰ ਬਾਬਾ ਦਰਬਾਰਾ ਸਿੰਘ। 5 ਪਿਆਰਿਆਂ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਨੇ, ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ ਸ਼ਹੀਦ, ਸਰਦਾਰ ਹਰੀ ਸਿੰਘ, ਸਰਦਾਰ ਬੁੱਢਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ, ਚੜ੍ਹ ਸਿੰਘ ਦਾ ਪਿਤਾ, ਤੇ ਸਰਦਾਰ ਜੱਸਾ ਸਿੰਘ। ਇਹ 5 ਪਿਆਰਿਆਂ ਦੇ ਵਿੱਚ ਜਦੋਂ 5 ਪਿਆਰਿਆਂ ਦੇ ਕੋਲ ਨਵਾਬੀ ਦੀ ਪੇਸ਼ਕਸ਼ ਆਉਂਦੀ ਹੈ, ਕਿਉਂਕਿ ਗੁਰੂ ਦੇ ਦਰਬਾਰ ਦੇ ਵਿੱਚ 5 ਪਿਆਰਿਆਂ ਦਾ ਦਰਜਾ ਉੱਚਾ। ਮੇਰੇ ਗੁਰੂ ਨੇ ਕਹਿ ਦਿੱਤਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰੂ ਪੂਰਾ। ਜਦੋਂ ਉਹਨਾਂ ਦੇ ਕੋਲ ਆਉਂਦੀ ਹੈ ਤੇ 5 ਪਿਆਰੇ, ਸਾਡੇ 5 ਜਥੇਦਾਰ, ਉਹਨਾਂ ਦਾ ਜਵਾਬ ਕੀ ਹੈ ਸ਼ਬੇਗ ਸਿੰਘ ਨੂੰ? ਕਹਿੰਦੇ ਸ਼ਬੇਗ ਸਿੰਘ ਵੀ ਸਾਡੇ ਨਾਲ ਤਾਂ ਇਹਦੇ ਤੇ ਗੱਲ ਹੀ ਨਹੀਂ ਹੋ ਸਕਦੀ ਨਾ, ਇਸ ਮੁੱਦੇ ਤੇ ਸਾਡੇ ਨਾਲ ਤੇ ਗੱਲ ਹੀ ਨਹੀਂ ਹੋ ਸਕਦੀ ਨਾ। ਅੱਜ ਤੁਸੀਂ ਵੇਖ ਲਓ, ਕਿਤੇ ਕੋਈ ਮਾੜਾ ਜਿਹਾ ਰਾਜਨੀਤਿਕ ਲੀਡਰ ਆ ਜਾਵੇ ਤੇ ਸਾਡੇ ਜਥੇਦਾਰ ਕੁਰਸੀਆਂ ਛੱਡ ਦਿੰਦੇ ਨੇ। ਵੇਖਦੇ ਹੋ ਅੱਜ ਤੁਸੀਂ ਕੀ ਵਰਤਾਇਆ। ਪਰ ਉਹ ਵੇਖੋ, ਉਹ ਪਤਾ ਕੀ ਕਹਿੰਦੇ? ਕਹਿੰਦੇ ਪਾਤਸ਼ਾਹੀ ਛੱਡ ਕਿਵ ਲਿਵੇਂ ਨਵਾਬੀ,
ਇਤ ਉੱਤ ਕੇ ਮਹਮ ਕਰੇ ਖਰਾਬੀ। ਸਰਦਾਰ ਸ਼ਬੇਗ ਸਿੰਘ 5 ਪਿਆਰਿਆਂ ਤੋਂ ਵੱਡਾ ਤੇ ਅਹੁਦਾ ਹੀ ਕੋਈ ਨਹੀਂ, ਤੇ ਇਸ ਗੁਰੂ ਦੀ ਦਿੱਤੀ ਪਾਤਸ਼ਾਹੀ ਨੂੰ ਛੱਡ ਕੇ ਅਸੀਂ ਤੇਰੀ ਛੋਟੀ ਜਿਹੀ ਨਵਾਬੀ ਲਈਏ, ਇਹਦੇ ਬਾਰੇ ਤੇ ਕਦੀ ਤੂੰ ਸੋਚ ਵੀ ਨਹੀਂ ਸਕਦਾ। ਹੁਣ ਇਸ ਨੂੰ ਇੱਕ ਦੁਨਿਆਵੀ ਨਜ਼ਰੀਏ ਤੋਂ ਵੇਖੋ, ਇਹ ਹੈ ਤਾਂ ਲਾਲਚ ਨਾ, ਵੀ ਤੁਹਾਨੂੰ ਪੈਸਾ ਵੀ ਦਿੱਤਾ ਜਾ ਰਿਹਾ ਹੈ, 3 ਪਿੰਡਾਂ ਦੀ ਜ਼ਗੀਰ ਵੀ ਦਿੱਤੀ ਜਾ ਰਹੀ ਹੈ, ਤੁਹਾਡਾ ਕਤਲੇਆਮ ਨਹੀਂ ਹੋਏਗਾ, ਤੁਹਾਨੂੰ ਇੱਕ ਛੋਟਾ ਜਿਹਾ ਅਹੁਦਾ ਵੀ ਦਿੱਤਾ ਜਾ ਰਿਹਾ ਨਵਾਬੀ ਦਾ। ਹੈ ਤੇ ਲਾਲਚ। ਲਾਲਚ ਕਿਉਂ ਆ? ਤੁਸੀਂ ਸੰਘਰਸ਼ ਨੂੰ ਛੱਡ ਦਿਓ, ਕਿਉਂਕਿ ਜਿਹੜੀ ਸਟੇਟ ਹੈ ਉਹ ਤੁਹਾਨੂੰ ਇੱਕ ਪੇਸ਼ਕਸ਼ ਦੇ ਰਹੀ ਹੈ। ਸੋ ਮੈਂ ਕਈ ਵਾਰੀ ਕਹਿੰਦਾ ਹੁੰਦਾ, ਕਈ ਵਾਰੀ ਬੰਦੇ ਕਹਿੰਦੇ ਆ ਕਿ ਫਲਾਣਾ ਬੰਦਾ ਕਰਪਟ ਨਹੀਂ ਹੈਗਾ, ਭ੍ਰਿਸ਼ਟ ਨਹੀਂ ਹੈਗਾ। ਕਈ ਵਾਰੀ ਬੰਦਾ ਕਰਪਟ ਤੇ ਹੁੰਦਾ, ਪਰ ਉਹਨੂੰ ਕਰਪਸ਼ਨ ਦਾ ਮੌਕਾ ਹੀ ਨਹੀਂ ਮਿਲਿਆ ਹੁੰਦਾ। ਬੰਦਾ ਇਮਾਨਦਾਰ ਤੇ ਉਦੋਂ ਸਿੱਧ ਹੁੰਦਾ ਜਦੋਂ ਬੇਈਮਾਨ ਕਰਨ ਦਾ ਦਰਵਾਜ਼ਾ ਉਹਦੇ ਕੋਲ ਹੋਵੇ। ਜਿਹਦੇ ਕੋਲ ਬੇਈਮਾਨੀ ਕਰਨ ਦਾ ਰਾਹ ਹੀ ਨਹੀਂ ਹੈਗਾ, ਉਹ ਕਿਵੇਂ ਕਰਪਟ ਹੋਵੇਗਾ? ਸੋ ਪਾਤਸ਼ਾਹੀ ਦਾਵਾ ਉਦੋਂ ਆਉਂਦਾ ਜਦੋਂ ਸਟੇਟ ਦੇ ਵੱਲੋਂ ਤੁਹਾਨੂੰ ਲਾਲਚ ਦੇ ਵਿੱਚ ਲਿਆਂਦਾ ਜਾ ਰਿਹਾ ਹੁੰਦਾ। ਜਦੋਂ ਹੁਣ ਸਰਦਾਰ ਦਰਬਾਰਾ ਸਿੰਘ ਦੇ ਕੋਲ ਜਾਂਦੇ ਨੇ ਸਰਦਾਰ ਸ਼ਬੇਗ ਸਿੰਘ, ਉਸੇ ਨਵਾਬੀ ਦੀ ਖਿੱਲਤ ਨੂੰ ਲੈ ਕੇ, ਤੇ ਦਰਬਾਰਾ ਸਿੰਘ ਪਤਾ ਕੀ ਕਹਿੰਦੇ ਨੇ? ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਬੜੀ ਸਿੱਧੀ ਜੀ ਗੱਲ ਕਹਿੰਦੇ, ਗੁਰੂ ਨੇ ਕਿਹਾ ਸੀ ਸਤਿਗੁਰ ਹਮਕੋ ਪਾਤਸ਼ਾਹੀ ਦਈ, ਹਮਕੋ ਲੋੜ ਨਵਾਬੀ ਨਾਹੀ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ। ਕਹਿੰਦੇ ਸਰਦਾਰ ਸ਼ਬੇਗ ਸਿੰਘ ਤੇਰਾ ਆਇਆ ਸਿਰ ਮੱਥੇ, ਪਰ ਇੱਕ ਗੱਲ ਯਾਦ ਰੱਖੀ ਕਿ ਨਿਸ਼ਾਨਾ ਪਾਤਸ਼ਾਹੀ ਦਾਵਾ ਹੈ, ਕਿਸੇ ਦੇ ਗੁਲਾਮ ਬਣ ਕੇ ਨਹੀਂ ਰਹਿਣਾ, ਨਵਾਬੀ ਨਹੀਂ ਲੈਣੀ। ਸਾਡਾ ਨਿਸ਼ਾਨਾ, ਸਾਡਾ ਮਕਸਦ ਜਿਹੜਾ ਉਹ ਪਾਤਸ਼ਾਹੀ ਦਾਵਾ ਹੈ। ਤੇ ਕਹਿੰਦੇ ਉਹ ਮਿਲ ਚੁੱਕਾ ਹੈ, ਉਹ ਮਿਲ ਚੁੱਕਾ ਹੈ। ਉਹ ਕਹਿੰਦਾ ਕਿਵੇਂ? ਕਹਿੰਦਾ ਗੁਰੂ ਨੇ ਕਹਿ ਦਿੱਤਾ ਨਾ, ਰਾਜ ਕਰੇਗਾ ਖਾਲਸਾ। ਕਹਿੰਦਾ ਕਿ ਮਿਲ ਕਿਵੇਂ ਚੁੱਕਾ ਹੈ? ਕਹਿੰਦਾ ਮਿਲ ਇਵੇਂ ਚੁੱਕਾ ਹੈ ਕਿ ਜੇਕਰ ਜਿਉਂਦੇ ਰਹੇ ਤੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਲਵਾਂਗੇ, ਤੇ ਜੇਕਰ ਜੂਝ ਤੇ ਸ਼ਹੀਦ ਹੋ ਗਏ ਤੇ ਗੁਰੂ ਦੀ ਗੋਦ 'ਚ ਬਾਦਸ਼ਾਹੀ ਹੈ। ਸਾਡੇ ਕੋਲ ਤਾਂ ਬਾਦਸ਼ਾਹੀ ਹੈ, ਜਿਉਂਦਿਆਂ ਵੀ ਹੈ, ਜਾਂ ਇਤ ਕੋ ਜਾਂ ਅਗਲੋ ਪਾਵਾ, ਉਹਦੀ ਗੋਦ 'ਚ ਬਾਦਸ਼ਾਹੀ ਹੈ। ਸਾਡੇ ਵਾਸਤੇ ਤਾਂ ਦੋਵਾਂ ਸਥਾਨਾਂ ਤੇ ਬਾਦਸ਼ਾਹੀ ਹੈ ਨਾ, ਜੇ ਅਸੀਂ ਗੁਰੂ ਦੇ ਵਰਤਾਰੇ ਨੂੰ ਸਮਝੀਏ। ਅਗਲੀ ਗੱਲ, ਮੈਂ ਵਕਤ ਥੋੜਾ ਜ਼ਿਆਦਾ ਲੈ ਗਿਆ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਕਹੀ ਹੈ ਕਿ ਖੁਸ਼ ਵਕਤ ਫਿਰਦੋਸੀਏ ਖੁਸ਼ ਬਿਆਨ, ਸ਼ਤਾਬੀ ਸ਼ਬਦਕਾਰੇ ਆਹਰ ਮਨਾ। ਔਰੰਗਜ਼ੇਬ, ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਫਰਦੋਸੀ ਨੇ ਇੱਕ ਗੱਲ ਸ਼ਾਹਨਾਮੇ 'ਚ ਬੜੀ ਪਿਆਰੀ ਲਿਖੀ ਹੈ ਕਿ ਕਾਹਲੀ ਕਰਨਾ ਮੂਰਖ ਤੇ ਸ਼ੈਤਾਨ ਬੰਦੇ ਦਾ ਕੰਮ ਹੈ। ਇਹ ਗੁਰੂ ਸਾਹਿਬ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਕਹਿੰਦੇ ਨੇ ਕਿ ਖੁਸ਼ ਵਕਤ ਫਿਰਦੋਸੀਏ ਖੁਸ਼ ਬਿਆਨ, ਸ਼ਤਾਬੀ ਸ਼ਬਦਕਾਰੇ ਆਹਰ ਮਨਾ। ਕਾਹਲੀ ਦੇ ਵਿੱਚ ਫੈਸਲਾ ਲੈਣਾ ਸ਼ੈਤਾਨ ਤੇ ਮੂਰਖ ਬੰਦੇ ਦਾ ਕੰਮ ਹੈ, ਸਿਆਣੇ ਲੀਡਰ ਦਾ ਕੰਮ ਨਹੀਂ। ਔਰ ਇਹੀ ਕੁਝ 17 ਜਨਵਰੀ ਨੂੰ ਹੋਇਆ, ਜਦੋਂ ਕਾਹਲੀ ਦੇ ਵਿੱਚ ਲੀਡਰਸ਼ਿਪ ਨੇ ਫੈਸਲੇ ਲੈ ਕੇ ਦੀਪ ਸਿੱਧੂ ਵਰਗੇ ਨੌਜਵਾਨਾਂ ਨੂੰ ਮੰਚ ਦੇ ਉੱਪਰੋਂ ਗਦਾਰ ਐਲਾਨ ਦਿੱਤਾ। ਇਹ ਕਾਹਲੀ 'ਚ ਲਿਆ ਗਿਆ ਉਹ ਫੈਸਲਾ ਸੀ ਜਿਹਦਾ ਪਛਤਾਵਾ ਹੁਣ ਸਾਰਿਆਂ ਨੂੰ ਹੈ, ਕਿਉਂਕਿ ਉਹ ਸਾਬਤ ਨਹੀਂ ਹੋ ਸਕਿਆ ਕਿ ਉਸਨੇ ਲਹਿਰ ਦੇ ਨਾਲ ਕੋਈ ਗਦਾਰੀ ਕੀਤੀ ਹੈ। ਉਹ ਸਾਬਤ ਨਹੀਂ ਹੋ ਸਕਿਆ ਕਿ ਉਹ ਏਜੰਸੀਆਂ ਦਾ ਬੰਦਾ ਸੀ। ਉਹ ਸਾਬਤ ਨਹੀਂ ਹੋ ਸਕਿਆ ਕਿ ਉਹ ਕਿਸੇ ਰਾਜਸੀ ਧਿਰ ਦਾ ਭੇਜਿਆ ਹੋਇਆ ਬੰਦਾ ਸੀ। ਪਰ ਕਾਹਲੀ ਦੇ ਵਿੱਚ ਜਿਹੜੇ ਲੋਕਾਂ ਨੇ ਫਤਵੇ ਦੇ ਦਿੱਤੇ, ਉਹ ਜਿਹੜੀ ਸ਼ਰਮਿੰਦਗੀ ਤੇ ਜਿਹੜਾ ਪਛਤਾਵਾ ਹੈ, ਉਹ ਕਦੀ ਵੀ ਇਹਨਾਂ ਦੀ ਮਾਨਸਿਕਤਾ ਦੇ ਵਿੱਚੋਂ ਜਾ ਨਹੀਂ ਸਕਦਾ। ਲੀਡਰਸ਼ਿਪ ਤਾਂ ਹਮੇਸ਼ਾ ਨੌਜਵਾਨ ਗਾਂਹ ਵੱਧ ਕੇ ਕੋਈ ਕਾਰਵਾਈ ਕਰ ਵੀ ਦੇਣ ਨਾ, ਲੀਡਰਸ਼ਿਪ ਤਾਂ ਔਨ ਕਰਦੀ ਹੁੰਦੀ ਹੈ, ਕਹਿੰਦੀ ਹੁੰਦੀ ਹੈ ਵੀ ਇਹ ਸਾਡਾ ਹੈ। ਲੀਡਰਸ਼ਿਪ ਦੀ ਕੁਆਲਿਟੀ ਹੈ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਉਦਾਹਰਨ ਦੇ ਦਿਆਂ, ਜੇ ਤੁਸੀਂ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਸਿੰਘ ਮੈਦਾਨੇ ਜੰਗ 'ਚੋਂ ਲੜ ਕੇ ਜੰਗਲਾਂ ਦੇ ਵਿੱਚ ਨੇ, ਤੇ ਜੰਗਲਾਂ ਦੇ ਵਿੱਚੋਂ ਅਚਾਨਕ ਇੱਕ ਪ੍ਰੋਗਰਾਮ ਬਣਦਾ ਹੈ ਕਿ ਕਿਉਂ ਨਾ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਦੀਦਾਰ ਕੀਤੇ ਜਾਣ। ਤੇ ਸਰਦਾਰ ਚੜ੍ਹਤ ਸਿੰਘ, ਸਰਦਾਰ ਨਿਬਾਹੂ ਸਿੰਘ, ਸਰਦਾਰ ਜੱਸਾ ਸਿੰਘ, ਸਰਦਾਰ ਬਘੇਲ ਸਿੰਘ ਹੋਣੀ, ਇਹ ਸਾਰੇ ਸਿੰਘ ਜਿਹੜੇ ਆ ਜਾਂਦੇ ਨੇ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਪਾਕਿਸਤਾਨ ਦੇ ਵਿੱਚ, ਜਿੱਥੇ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਗਏ ਸੀ। ਜਦੋਂ ਉੱਥੇ ਦਰਸ਼ਨ ਦਿਦਾਰੇ ਕਰਨ ਦੇ ਵਾਸਤੇ ਬਾਹਰ ਦਲ ਆਉਂਦਾ ਹੈ, ਘੋੜੇ ਬਾਹਰ ਬੰਨ੍ਹਦੇ ਨੇ, ਲੰਗਰ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਉਸ ਵੇਲੇ ਮੁਲਤਾਨ ਦੇ ਉਸ ਵੇਲੇ ਦੇ ਗਵਰਨਰ ਜਸਪਤ ਰਾਏ ਨੂੰ, ਲਖਪਤ ਰਾਏ ਦਾ ਭਰਾ, ਉਸ ਨੂੰ ਸੁਨੇਹਾ ਮਿਲਦਾ ਹੈ ਕਿ ਸਿੱਖਾਂ ਦਾ ਇੱਕ ਦਲ ਇੱਥੇ ਆ ਕੇ ਉਤਰਿਆ।
ਉਸਨੇ ਆਪਣੇ ਫੌਜ ਲਈ ਦੇ ਸਾਹਮਣੇ ਆ ਗਿਆ, ਕਹਿੰਦਾ ਕਿ ਤੁਸੀਂ ਇੱਥੋਂ ਜਾਓ, ਮੁਲਤਾਨ ਦਾ ਗਵਰਨਰ ਮੈਂ ਹਾਂ। ਸਰਦਾਰ ਚੜ੍ਹ ਸਿੰਘ ਨੇ ਬੜੇ ਪਿਆਰ ਦੇ ਨਾਲ ਉਸਨੂੰ ਸਮਝਾਇਆ, ਕਹਿੰਦੇ ਜਸਪਤ ਰਾਏ ਵੇਖ, ਅਸੀਂ ਲੜਨ ਨਹੀਂ ਆਏ ਤੇ ਨਾ ਅਸੀਂ ਇੱਥੇ ਲੜਨਾ ਚਾਹੁੰਦੇ ਹਾਂ, ਕਿਉਂਕਿ ਮਕਸਦ ਗੁਰੂ ਦੇ ਦੀਦਾਰ ਕਰਨਾ ਹੈ। ਲੜਨ ਨਹੀਂ ਆਏ, ਨਾ ਲੜਨਾ ਚਾਹੁੰਦੇ ਹਾਂ, ਅਸੀਂ ਮੱਥਾ ਟੇਕਣਾ, ਲੰਗਰ ਛਕਣਾ, ਅਰਦਾਸ ਕਰਨੀ ਹੈ ਤੇ ਫਿਰ ਜੰਗਲਾਂ 'ਚ ਚਲੇ ਜਾਣਾ। ਪਰ ਅੱਜ ਸਾਡਾ ਲੜਨ ਦਾ ਕੋਈ ਮਕਸਦ ਨਹੀਂ, ਨਾ ਇਹ ਸਾਡਾ ਮੰਤਵ ਹੈ। ਜਸਪਤ ਰਾਏ ਗੱਲਾਂ ਕਰਦਾ ਕਰਦਾ ਗਰਮ ਹੋ ਗਿਆ, ਕਹਿੰਦਾ ਕਿ ਇੱਥੋਂ ਘੋੜੇ ਖੋਲ੍ਹਣੇ ਆ ਕਿ ਮੈਂ ਖੋਲ੍ਹ ਕੇ ਫਿਰ ਤੁਹਾਡੇ ਕੇਸਾਂ ਦੀਆਂ ਰੱਸੀਆਂ ਵੱਟ ਕੇ ਬੰਨ੍ਹ ਲਵਾਂ। ਜਦੋਂ ਕੇਸਾਂ ਦੇ ਬਾਰੇ ਇਹ ਗੱਲ ਕਹੀ ਤੇ ਉਸੇ ਵੇਲੇ ਇੱਕ ਸੂਰਮੇ ਨਿਭਾਊ ਸਿੰਘ ਨੇ ਜਸਪਤ ਰਾਏ ਦਾ ਹਾਥੀ ਤੇ ਚੜ੍ਹ ਕੇ ਸਿਰ ਵੱਢ ਲਿਆ ਤੇ ਜ਼ਮੀਨ ਤੇ ਸੁੱਟ ਦਿੱਤਾ। ਲੜਾਈ ਹੋ ਪਈ, ਜਸਪਤ ਰਾਏ ਦੀ ਫੌਜ ਵੀ ਭੱਜ ਗਈ ਤੇ ਧੜ ਵੀ ਉਹਦਾ ਲੈ ਕੇ ਚਲੇ ਗਏ ਘਰ। ਧੜ ਗਿਆ ਬਿਨਾਂ ਸਿਰ ਤੋਂ, ਸਿਰ ਸਿੱਖਾਂ ਦੇ ਕੋਲ। ਜਦੋਂ ਅੰਤਮ ਰਸਮਾਂ ਕਰਨ ਲੱਗੇ ਤੇ ਬੱਦੋਕੀ ਪਿੰਡ ਦਾ ਰਹਿਣ ਵਾਲਾ ਕਿਰਪਾ ਰਾਮ, ਜਿਹੜਾ ਇਹਨਾਂ ਦਾ ਕੁੱਲ ਪੁਰੋਹਿਤ ਸੀ, ਜਦੋਂ ਉਹਨੂੰ ਸੱਦਿਆ ਕਿ ਇਹਦੀਆਂ ਅੰਤਮ ਰਸਮਾਂ ਕਰ ਦਿਓ, ਤੇ ਜਦੋਂ ਉਹਨੇ ਲਾਸ਼ ਵੇਖੀ, ਕਹਿੰਦਾ ਲਾਸ਼ ਤੇ ਸਿਰ ਹੀ ਨਹੀਂ ਹੈਗਾ, ਇਹਦੀ ਗਤੀ ਨਹੀਂ ਹੋਣੀ। ਕਹਿੰਦਾ ਫਿਰ ਕੀ ਕੀਤਾ ਜਾਵੇ, ਸਿਰ ਹੈ ਕਿੱਥੇ? ਕਹਿੰਦਾ ਜੀ ਉਹ ਤੇ ਸਿੱਖਾਂ ਕੋਈ ਰਹਿ ਗਿਆ, ਉਹ ਤਾਂ ਸਿਰ ਤਾਂ ਕਿਸੇ ਦੀ ਲੈਣ ਦੀ ਹਿੰਮਤ ਨਹੀਂ ਪਈ ਵੀ ਸਿਰ ਚੁੱਕ ਲਈਏ, ਅਸੀਂ ਤੇ ਲਾਸ਼ ਹੀ ਬੜੀ ਮੁਸ਼ਕਿਲ ਚੁੱਕ ਕੇ ਲੈ ਕੇ ਆਏ। ਕਿਰਪਾ ਰਾਮ ਗਸਾਈ ਕਹਿੰਦਾ ਮੈਂ ਸਿੱਖਾਂ ਨੂੰ ਜਾ ਕੇ ਬੇਨਤੀ ਕਰਦਾ ਕਿ ਸਾਡੇ ਧਰਮ ਦੀ ਪਰੰਪਰਾ ਦੇ ਮੁਤਾਬਕ, ਸਾਡੀ ਸੰਸਕ੍ਰਿਤੀ ਦੇ ਮੁਤਾਬਕ ਜੇ ਧੜ ਦੇ ਨਾਲ ਸਿਰ ਨਾ ਹੋਇਆ ਤੇ ਇਹਦੀ ਗਤੀ ਨਹੀਂ ਹੋਣੀ। ਚਲਾ ਗਿਆ ਸਰਦਾਰ ਚੜ੍ਹ ਸਿੰਘ ਹੁਣਾਂ ਦੇ ਕੋਲ। ਸਰਦਾਰ ਚੜ੍ਹ ਸਿੰਘ ਹੁਣਾਂ ਨੂੰ ਬੇਨਤੀ ਕੀਤੀ ਤੇ ਜਾਂਦਿਆਂ ਹੀ ਕਿ ਕਿਤੇ ਸਿੰਘ ਮੇਰੇ ਤੇ ਵੀ ਕਿਤੇ ਗਰਮ ਨਾ ਹੋ ਜਾਣ, ਲੰਗਰ ਦੇ ਵਾਸਤੇ ਕੁਝ ਮੋਹਰਾਂ ਵੀ ਭੇਟ ਕਰ ਦਿੱਤੀਆਂ। ਤੇ ਫਿਰ ਜਾ ਕੇ ਬੜੀ ਅਧੀਨਗੀ ਨਾਲ ਕਹਿੰਦਾ ਜੀ ਜਿਹੜਾ ਮੁਲਤਾਨ ਦਾ ਨਵਾਬ ਹੈ ਇਹ ਮੇਰਾ ਚੇਲਾ ਹੈ, ਇਹ ਮੇਰੇ ਜਜਮਾਨ ਨੇ, ਮੈਂ ਇਹਨਾਂ ਦਾ ਪੰਡਤ ਹਾਂ, ਤੇ ਕਿਰਪਾ ਕਰੋ ਉਹਦਾ ਸਿਰ ਇੱਥੇ ਕਿਤੇ ਪਿਆ ਹੋਣਾ ਵਾਪਸ ਦੇ ਦਿਓ। ਤੇ ਸਰਦਾਰ ਚੜ੍ਹ ਸਿੰਘ ਨਿਭਾਊ ਸਿੰਘ ਨੂੰ ਕਹਿੰਦੇ ਕਿੱਥੇ ਆ ਸਿਰ? ਕਹਿੰਦਾ ਜੀ ਉੱਥੇ ਜਿੱਥੇ ਲਾਹ ਕੇ ਸੁੱਟਿਆ ਸੀ, ਕਿਤੇ ਉੱਥੇ ਹੀ ਪਿਆ ਹੋਣਾ। ਸਰਦਾਰ ਚੜ੍ਹ ਸਿੰਘ ਪੁੱਛਦੇ ਨੇ ਕਿ ਪੰਡਤ ਜੀ ਮਰਨ ਵਾਲਾ ਤੇ ਮਰ ਗਿਆ ਤੇ ਸਿਰ ਦੀ ਇੰਨੀ ਕੀ ਲੋੜ ਪੈ ਗਈ? ਕਹਿੰਦਾ ਜੀ ਸਾਡੀ ਮਰਿਆਦਾ ਇਹਦੀ ਗਤੀ ਨਹੀਂ ਹੋਣੀ ਜਿੰਨਾ ਚਿਰ ਸਿਰ ਨਾਲ ਨਾ ਹੋਇਆ। ਤੇ ਸਰਦਾਰ ਚੜ੍ਹ ਸਿੰਘ ਹੱਸ ਕੇ ਕਹਿੰਦੇ ਆ ਸਿਰ ਤੇ ਲੈ ਜਾਓ, ਅਸੀਂ ਸਿਰ ਨੂੰ ਕੀ ਕਰਨਾ ਹੈ, ਪਰ ਜਿਵੇਂ ਦੀਆਂ ਇਹਦੀਆਂ ਕਰਤੂਤਾਂ ਸਿਰ ਲਾ ਕੇ ਵੀ ਗਤੀ ਨਹੀਂ ਹੋਣੀ, ਲੈ ਜਾਓ ਸਿਰ। ਤੁਸੀਂ ਸਿਰ ਦੇ ਦਿੱਤਾ, ਸੰਸਕਾਰ ਕੀਤਾ ਤੇ ਉਸੇ ਸੰਸਕਾਰ ਦੇ ਉੱਪਰ ਆ ਕੇ ਮੁੜ ਕੇ ਇਹਦੇ ਭਰਾ ਜਸਪਤ ਰਾਏ ਨੇ ਸਹੁੰ ਖਾਧੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਉਸੇ ਕਿੜ ਦੇ ਵਿੱਚੋਂ ਛੋਟਾ ਘੱਲੂਕਾਰਾ ਹੋਇਆ। ਇੱਕ ਦਿਨ ਦੇ ਵਿੱਚ 15,000 ਸਿੱਖ ਸ਼ਹੀਦ ਹੋਇਆ। ਕੀ ਤੁਸੀਂ ਕਿਤੇ ਇਤਿਹਾਸ ਦੇ ਵਿੱਚ ਮੈਨੂੰ ਇੱਕ ਸ਼ਬਦ ਵਿਖਾ ਦਿਓ ਕਿ ਸਿੱਖਾਂ ਨੇ ਕਦੀ ਆਪਣੀ ਲੀਡਰਸ਼ਿਪ ਨੇ ਆਪਣੇ ਨੌਜਵਾਨ ਦੇ ਵਿੱਚ ਦੋਸ਼ ਕੱਢਿਆ ਹੋਵੇ ਵੀ ਜੇ ਕਿਤੇ ਨਿਭਾਊ ਸਿੰਘ ਲਖਪਤ ਜਸਪਤ ਰਾਏ ਦਾ ਸਿਰ ਨਾ ਵੱਢਦਾ ਤੇ ਸਾਡਾ 15,000 ਸਿੱਖ ਸ਼ਹੀਦ ਨਹੀਂ ਸੀ ਹੋਣਾ? ਉਹਨਾਂ ਕਹਿੰਦੇ ਜੋ ਕੀਤਾ ਠੀਕ ਕੀਤਾ, ਅਣਖ ਦੇ ਨਾਲ ਕੀਤਾ, ਬਹਾਦਰੀ ਦੇ ਨਾਲ ਕੀਤਾ। ਇਹ ਲੀਡਰਸ਼ਿਪ ਹੁੰਦੀ ਹੈ ਜਿਹੜੀ ਆਪਣੀ ਨੌਜਵਾਨੀ ਨੂੰ ਔਨ ਕਰਦੀ ਹੈ, ਨਹੀਂ ਤਾਂ ਸੰਘਰਸ਼ ਨਹੀਂ ਲੜੇ ਜਾ ਸਕਦੇ। ਨਹੀਂ ਤਾਂ ਸਿੱਖ ਕਹਿੰਦੇ ਯਾਰ ਇੱਕ ਮੁਲਤਾਨ ਦੇ ਗਵਰਨਰ ਦਾ ਸਿਰ ਵੱਢ ਕੇ ਸਾਡਾ 15,000 ਸਿੰਘ ਸਾਨੂੰ ਸ਼ਹੀਦ ਕਰਾਉਣਾ ਪਿਆ। ਇੰਝ ਨਹੀਂ ਹੁੰਦਾ। ਸੋ ਜਦੋਂ ਅਸੀਂ ਕਾਹਲੀ 'ਚ ਇਵੇਂ ਦੇ ਫੈਸਲੇ ਲੈਂਦੇ, ਕਿਸੇ ਨੂੰ ਗਦਾਰ ਕਹਿ ਦੇਣਾ, ਕਿਸੇ ਨੂੰ ਏਜੰਸੀਆਂ ਦਾ ਕਹਿ ਦੇਣਾ, RSS ਦਾ ਕਹਿ ਦੇਣਾ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਕਿ ਰੂਸ ਦੇ ਜ਼ਾਰ ਦੇ ਖਿਲਾਫ ਲੜਨ ਵਾਲਾ ਇੱਕ ਜਰਨੈਲ ਹੋਇਆ ਇਮਾਮ ਸ਼ਮੀਲ। ਇਮਾਮ ਸ਼ਮੀਲ ਬਹੁਤ ਚਿਰ ਲੜਦਾ ਰਿਹਾ। ਅਖੀਰ ਉਸਦੇ ਆਪਣੇ ਸਾਥੀ ਨੇ ਧੋਖਾ ਕੀਤਾ ਤੇ ਉਹਦੀ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ। ਜੰਗ ਹਾਰੀ ਜਾ ਚੁੱਕੀ ਸੀ। ਇਮਾਮ ਸ਼ਮੀਲ ਘੋੜੇ ਤੋਂ ਉਤਰਿਆ, ਲਹੂ ਲਹਾਨ ਹੋਇਆ ਸੀ ਖੂਨ ਦੇ ਨਾਲ। ਖੂਨ ਦੇ ਨਾਲ ਲਹੂ ਲਹਾਨ ਹੋਇਆ, ਘੋੜੇ ਤੋਂ ਉਤਰਿਆ ਤੇ ਆਪਣੀ ਤਲਵਾਰ ਦਾ ਆਸਰਾ ਲੈ ਕੇ ਖਲੋਤਾ। ਹੁਣ ਧੋਖਾ ਆਪਣਿਆਂ ਨੇ ਕੀਤਾ ਸੀ, ਪਿੱਠ 'ਚ ਖੰਜਰ ਆਪਣਿਆਂ ਤੋਂ ਵੱਜਾ ਸੀ ਤੇ ਸਾਹਮਣੇ ਜੇਤੂ ਜਰਨੈਲ ਖੜਿਆ ਸੀ ਬਿਰਿਆਤਿੰਸਕੀ। ਬਿਰਿਆਤਿੰਸਕੀ ਕਹਿੰਦਾ ਇਮਾਮ ਸ਼ਮੀਲ ਤੂੰ ਹਾਰ ਚੁੱਕਾ ਹੈ, ਤੇਰੀ ਪਿੱਠ ਸਿੱਧੀ ਨਹੀਂ ਹੋਣੀ। ਵੀ ਤੇਰੀ ਪਿੱਠ 'ਚ ਖੰਜਰ ਵੱਜਾ, ਹੁਣ ਤੇਰੀ ਪਿੱਠ ਸਿੱਧੀ ਨਹੀਂ ਹੋਣੀ, ਸਿੱਧਾ ਹੋਣ ਦਾ ਯਤਨ ਨਾ ਕਰ। ਤੇ ਇਮਾਮ ਸ਼ਮੀਲ ਨੇ ਸ਼ਬਦ ਪਤਾ ਕੀ ਕਹੇ ਸੀ? ਕਹਿੰਦਾ ਉਹ ਜਰਨੈਲਾ, ਉਹ ਮੇਰੀ ਪਿੱਠ ਦੇ ਵਿੱਚ ਆਪਣਿਆਂ ਦਾ ਖੰਜਰ ਵੱਜਾ ਹੈ, ਆਪਣਿਆਂ ਦੇ ਵੱਜੇ ਖੰਜਰ ਦੇ ਨਾਲ ਕਬਰ 'ਚ ਪੈ ਕੇ ਮੇਰੀ ਪਿੱਠ ਤੇ ਸਿੱਧੀ ਹੋ ਜਾਣੀ ਹੈ, ਪਰ ਜਿਨ੍ਹਾਂ ਨੇ ਮੇਰੀ ਪਿੱਠ 'ਚ ਖੰਜਰ ਮਾਰਿਆ ਉਹਨਾਂ ਦੀਆਂ ਨਜ਼ਰਾਂ ਕਦੀ ਸਿੱਧੀਆਂ ਨਹੀਂ ਹੋਣੀਆਂ। ਇਹੀ ਵਰਤਾਰਾ ਅੱਜ ਹੈ। ਅੱਜ ਦੀਪ ਸਿੱਧੂ ਸਰੀਰ ਕਰਕੇ ਸੰਸਾਰ ਤੋਂ ਚਲਾ ਗਿਆ, ਅੱਜ ਉਹ ਤਾਂ ਸੁਰਖਰੂ ਹੋ ਗਿਆ, ਪਰ ਜਿਨ੍ਹਾਂ ਨੇ ਉਸ ਨੂੰ ਗਦਾਰੀ ਦੇ ਫਤਵੇ ਦਿੱਤੇ ਇਹ ਹਮੇਸ਼ਾ ਪਛਤਾਵੇ ਦੀ ਅੱਗ ਦੇ ਵਿੱਚ ਰਹਿਣਗੇ।
ਜਦੋਂ ਵੀ ਮੈਨੂੰ ਲੱਗਦਾ ਕਿ ਸ਼ੀਸ਼ੇ ਦੇ ਸਾਹਮਣੇ ਜਦੋਂ ਵੀ ਆਪਣੇ ਆਪ ਨੂੰ ਵੇਖਣਗੇ, ਕਿਤੇ ਨਾ ਕਿਤੇ ਮਹਿਸੂਸ ਕਰਨਗੇ ਕਿ ਕੌਮ ਦੇ ਇੱਕ ਚਿੰਤਨਸ਼ੀਲ ਨੌਜਵਾਨ ਦੇ ਨਾਲ, ਜਿਸ ਨੇ ਨੌਜਵਾਨੀ ਦੇ 'ਚ ਇੱਕ ਚੇਤਨਤਾ ਦੇ ਅੰਸ਼ ਨੂੰ ਜਗਾਇਆ, ਅਸੀਂ ਕਿਸ ਤਰ੍ਹਾਂ ਦੇ ਨਾਲ ਉਸ ਦੀ ਕਿਰਦਾਰਕੁਸ਼ੀ ਕੀਤੀ ਤੇ ਇਲਜ਼ਾਮ ਤਰਾਸ਼ੀ ਕੀਤੀ। ਸੋ ਵਕਤ ਮੈਂ ਬਹੁਤ ਲੈ ਗਿਆ, ਖਿਮਾ ਦਾ ਜਾਚਕ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।